फिर ना बड़िया मुश्किल और मुसीबत पाले कि साडे बच्चों की मदद कर ਤੁਹਾਡੀ ਸਪੋਰਟ ਨਾਲ ਹੀ ਬੱਚੇ ਪਲਦੇ ਨੇ। ਅੱਲਾ ਦੀ ਜ਼ਾਤ ਨੇ ਨਾ ਤੁਹਾਨੂੰ ਬਹੁਤ ਜ਼ਿਆਦਾ ਬੇਸ਼ੁਮਾਰ ਹਿਸਾਬ ਦੇ ਸਾਡੇ ਬੱਚਿਆਂ ਦੀ ਮਦਦ ਕਰੋ ਤਾਂ ਕਿ ਇਹਨਾਂ ਨੂੰ ਫੈਕਟਰ ਜਿਹੜੇ ਨੇ ਨਾ ਉਹ ਮਿਲਦੇ ਰਹਿਣ। ਫੈਕਟਰ ਹੀ ਇਹਨਾਂ ਦੀ ਜ਼ਿੰਦਗੀ ਹੈ, ਇਹਨਾਂ ਨੂੰ ਬਚਾਉਣ ਵਾਸਤੇ ਫੈਕਟਰਾਂ ਦੀ ਹੀ ਜ਼ਰੂਰਤ ਪੈਂਦੀ है। मैं शिरोज के घर मौजूद हूँ और ये इनकी एंट्रेंस है। ये मैं अंदर दाखिल होने लगी हूँ। मैं आपको दिखाती हूँ कि शिरोज कहाँ रह रहा है। ये किचन है छोटा सा, ये आप देख सकते हैं। और ये शिरोज की मदर है और ये रूम है एक बस जिसमें वो रह रहे हैं और ये वाशरूम है। और ये आप देख लें, एक चारपहिया है, एक छोटी चारपहिया और ये शिरोज है। आप खुद देख सकते हैं कि वो किस तरह अपनी ज़िंदगी बसर कर रहे हैं। बिस्मिल्लाहिर्रहमानिर्रहीम। इस टाइम हम शिरोज हीमोफिलिया पेशेंट हैं, जो कि मैं तो कहूँगी एक हीरो है और बड़ा ही बहादुर पेशेंट है जो हीमोफिलिया जैसी बीमारी से लड़ रहा है। और आज हम उसके घर मौजूद हैं। उनकी मदर हमारे साथ है, शिरोज है। और आज हम आंटी से पूछेंगे कि वो हमारे साथ स्टोरी शेयर करें शिरोज की, कि कब पता चला कि शिरोज हीमोफिलिया पेशेंट है। अस्सलाम वालेकुम आंटी, क्या हाल है? ठीक है, शुक्र है अल्लाह की ज़ात का। अच्छा आंटी, मुझे ये बताएं कि आपको कितनी उम्र थी शिरोज की जब आपको पता चला कि ये हीमोफिलिया का मरीज है? ਇਹਦਾ ਬੜਾ ਵੱਡਾ ਭਰਾ ਜਿਹੜਾ ਨਾ ਇਹ ਪਦਾਇਸ਼ੀ ਬਿਮਾਰੀ ਹੁੰਦੀ ਹੈ ਤੇ ਇਹ ਨਾ ਮਾਂ ਘੈਰੀ ਹੋਏ ਨਾ ਤੇ ਉਹਦੇ ਵੱਲੋਂ ਬੱਚਿਆਂ ਨੂੰ ਆਉਂਦੀ ਹੈ। ਇਹਦਾ ਪਦਾਇਸ਼ੀ ਬਿਮਾਰੀ ਹੁੰਦੀ ਹੈ, ਮਾਂ ਵੱਲੋਂ ਆਉਂਦੀ ਹੈ ਬੱਚਿਆਂ ਨੂੰ। ਇਹ ਛੋਟੇ ਛੋਟੇ ਇਹਨਾਂ ਦੀ ਦਰਅਸਲ ਪਦਾਇਸ਼ ਜਦੋਂ ਹੁੰਦੀ ਹੈ ਨਾ ਬੱਚੇ ਦੀ, ਯਾਨੀ ਦੋ ਹੱਥ ਨਹੀਂ ਕਰਵਾਣੇ ਹੁੰਦੇ ਨੇ, ਉਦੋਂ ਪਤਾ ਚੱਲ ਜਾਂਦਾ ਕਿ ਇਹ ਨਾ ਹੀਮੋਫਿਲੀਆ ਪੇਸ਼ੈਂਟ ਨੇ। ਤਾਂ ਵੱਡਾ ਭਰਾ ਵੀ ਸੀ ਨਾ, ਉਹ ਵੀ ਇਸ ਤਰ੍ਹਾਂ ਹੀ ਸੀ ਤੇ ਲੇਕਿਨ ਇਹ ਸੀ ਕਿ ਉਹਦਾ ਕੋਈ ਐਡਾ ਸੀਰੀਅਸ ਮਸਲਾ ਨਹੀਂ ਸੀ। ਇਹ ਛੋਟਾ ਸਾਰਾ ਸੀ, ਇਹਨਾਂ ਦੇ ਵਾਲਦ ਵਫਾਤ ਪਾ ਗਏ, ਇਹਨੂੰ ਹੋਸ਼ ਹੀ ਨਹੀਂ ਆਪਣੇ ਬਾਪ ਦੀ। ਫਿਰ ਤਾਂ ਬੜੀਆਂ ਮੁਸ਼ਕਿਲਾਂ ਔਰ ਮੁਸੀਬਤਾਂ ਨਾਲ ਪਾਲੇ। ਆਸਤਾ ਆਸਤਾ ਨਾ ਫਿਰ ਪਹਿਲੇ ਅਸੀਂ ਸੁੰਦਰ ਫਾਊਂਡੇਸ਼ਨ ਜਾਂਦੇ ਰਹੇ, ਫਿਰ ਨਾ ਸਾਨੂੰ ਦਿਆ ਵੈਲਫੇਅਰ ਵਾਲਿਆਂ ਨੇ ਸਾਨੂੰ ਸਪੋਰਟ ਕੀਤਾ ਤੇ ਖਤਨੇ ਵਗੈਰਾ ਕਰਵਾਏ ਨਾ। ਤੇ ਫਿਰ ਸਾਨੂੰ ਪਤਾ ਚੱਲਿਆ ਉਹਨਾਂ ਨੇ ਨਾ, ਅਸੀਂ ਕਰਵਾਏ ਸਨ CMH ਡਾਕਟਰ ਨੂੰ ਤਾਰਕ ਸਾਹਿਬ ਸਾਨੂੰ ਉਹਨਾਂ ਨੂੰ ਦਿਖਾਇਆ। ਉਹਨਾਂ ਨੇ ਨਾ ਸਾਨੂੰ ਟੈਸਟ ਲੈ ਕੇ ਦਿੱਤੇ। ਉਹਨਾਂ ਕਿਹਾ ਲਾਹੌਰ ਜਿਹੜਾ ਨਾ ਉੱਥੋਂ ਇਹਦੇ ਤੇ ਡਾਕਟਰ ਅਬਦੁੱਲਾ ਪ੍ਰੋਫੈਸਰ ਸਾਨੂੰ ਉਹਨਾਂ ਦੀ ਲੈਬੋਰਟਰੀ ਤੋਂ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਟੈਸਟ ਕਰਵਾਓ। ਇਹਨਾਂ ਦੋਨਾਂ ਭਰਾਵਾਂ ਦੇ ਉੱਥੇ ਟੈਸਟ ਕਰਵਾਏ ਅਸਾਂ ਤੇ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਹੀਮੋਫੀਲੀਆ ਹੈ। ਤੇ ਜਿਹੜਾ ਵੱਡਾ ਸੀ ਨਾ ਉਹਦਾ ਤੇ ਮਸਲਾ ਜਿਹੜਾ ਇਸ ਤਰ੍ਹਾਂ ਹੀ ਸੀ, ਲੇਕਿਨ ਇੰਨਾ ਸੀਰੀਅਸ ਨਹੀਂ ਸੀ। ਉਹਨੂੰ ਹੁੰਦਾ ਹੈ ਸੀ, ਉਹਨੂੰ ਵੀ ਨੁਕਸ ਹੁੰਦਾ ਸੀ, ਫਿਰ ਲੈ ਕੇ ਜਾਂਦੇ ਰਹੇ ਅਸੀਂ ਦੂਸਰੇ ਹਸਪਤਾਲਾਂ ਦੇ ਵਿੱਚ। ਫਿਰ ਇਹ ਜਿਹੜਾ ਬੱਚਾ ਸੀ ਨਾ, ਇਹਨੂੰ ਜ਼ਰਾ ਜ਼ਿਆਦਾ ਮਸਲਾ ਸੀ। ਫਿਰ ਇਹ ਥੋੜਾ ਵੱਡਾ ਹੋਇਆ ਤੇ ਇਹਦੇ ਨਾਲ ਦਰਾਂਤਾਂ ਦਾ ਮਸਲਾ ਬਣ ਗਿਆ। ਉਹਦੇ ਆਪਰੇਸ਼ਨ ਕਰਵਾਏ ਅਸਾਂ, ਚਿਲਡਰਨ ਜਨਾਹ ਇਸ ਤਰ੍ਹਾਂ ਸਾਰੇ ਉੱਥੋਂ ਆਪਰੇਸ਼ਨ ਇਹਦੇ ਕਰਵਾਏ ਸੀ। ਫਿਰ ਥੋੜਾ ਜਿਹਾ ਬਿਹਤਰ ਹੋਇਆ ਤੇ ਫਿਰ ਨਾ ਇਹਦਾ ਚੱਲਣ ਫਿਰਨ ਦਾ ਮਸਲਾ ਜਿਹੜਾ ਸੀ ਨਾ ਉਹ ਬਣ ਗਿਆ। ਇਹਦੀ ਲੱਤ ਜਿਹੜੀ ਜਨਾ ਉਹ ਸੁੱਜ ਜਾਂਦੀ ਸੀ। ਪਹਿਲੇ ਨਾ ਇੱਕ ਲੱਤ ਇਹਦੀ ਸੁੱਜੀ, ਉਹ ਜੋੜ ਖਰਾਬ ਹੋ ਗਿਆ ਤਾਂ ਬਾਰ-ਬਾਰ ਬਲੱਡ ਕਰਕੇ ਨਾ ਬਲੀਡ ਹੋ ਕੇ ਉਹ ਜੋੜ ਜਿਹੜਾ ਸੀ ਨਾ ਉਹ ਸੁੱਜ ਗਿਆ। ਉਹਦੀ ਵਜ੍ਹਾ ਤੋਂ ਉਹਨਾਂ ਨੂੰ ਬੜਾ ਸੀ ਉਹਦਾ ਇਲਾਜ ਕਰਵਾਇਆ, ਵੈਸੇ ਵੀ ਮੈਡੀਸਨ ਦਿੱਤੀ, ਫੈਕਟਰ ਵਗੈਰਾ ਵੀ ਲਗਵਾਣੇ ਸਾਰੇ, ਲੇਕਿਨ ਉਹਦਾ ਮਸਲਾ ਜ਼ਿਆਦਾ ਹੀ ਖਰਾਬ, ਉਹ ਲੱਤ ਸੀ ਨਾ ਜਿਹੜੀ ਉਹ ਖਰਾਬ ਹੋ ਗਈ ਇਹਦੀ। ਫਿਰ ਆਸਤਾ ਦੂਸਰੀ ਲੱਤ ਦਾ ਮਸਲਾ ਬਣ ਗਿਆ। ਉਹ ਵੀ ਲੱਤ ਜਿਹੜੀ ਹੈ ਨਾ ਇਹਦੀ ਸੁੱਜ ਗਈ, ਜਿਹੜਾ ਗੋਡੇ ਦਾ ਜੋੜ ਸੀ ਨਾ ਸਫੈਲ ਕਰ ਗਿਆ ਤੇ ਉਹ ਜੋੜ ਜਿਹੜਾ ਨਾ ਖਰਾਬ ਹੋ ਗਿਆ। ਉਸ ਵਕਤ ਦੇ ਵਿੱਚ ਜਦੋਂ ਇਹਦਾ ਜੋੜ ਦੂਸਰੀ ਲੱਤ ਦਾ ਵੀ ਖਰਾਬ ਹੋਇਆ ਨਾ, ਸਿੱਧੀਆਂ ਵਾਲਿਆਂ ਨੇ ਸਾਡੀ ਬਹੁਤ ਸਪੋਰਟ ਕੀਤੀ। ਸਾਨੂੰ ਇੰਨੇ ਕੁ ਜ਼ਿਆਦਾ ਫੈਕਟਰ ਸਾਨੂੰ ਦਿਨ ਰਾਤ ਡਾਕਟਰ ਨੇ ਕਿਹਾ ਸੀ ਕਿ ਫੈਕਟਰ ਇਹਨੂੰ ਲੱਗਦੇ ਨੇ, ਸਾਨੂੰ ਉਹਨਾਂ ਨੇ ਨਾ ਦਿਨ ਰਾਤ ਫੈਕਟਰ ਜਿਹੜੇ ਨੇ ਨਾ ਸਾਨੂੰ ਲਾਉਂਦੇ ਰਹੇ ਨੇ ਸਾਡੇ ਬੱਚਿਆਂ ਨੂੰ। ਤੇ ਉਹਦੀ ਅੱਲਾ ਦਾ ਸ਼ੁਕਰ ਹੈ ਕਿ ਬੱਚਾ ਤੇ ਬਿਹਤਰ ਹੋ ਗਿਆ, ਲੇਕਿਨ ਉਹ ਚੱਲਣ ਫਿਰਨ ਤੋਂ ਰਹਿ ਗਿਆ। ਇਹਨਾਂ ਬੱਚਿਆਂ ਦੇ ਇਹ ਮਸਲੇ ਹੁੰਦੇ ਨੇ ਕਿ ਇਹਨਾਂ ਦੇ ਸਭ ਤੋਂ ਮੇਨ ਪੁਆਇੰਟ ਜਿਹੜੀ ਹੁੰਦੀ ਹੈ ਨਾ, ਇਹਨਾਂ ਦੇ ਜੋੜਾਂ ਦਾ ਮਸਲਾ ਹੁੰਦਾ। ਇਹਨਾਂ ਦੇ ਜੋੜ ਜਿਹੜੇ ਨੇ ਨਾ ਉਹ ਖਰਾਬ ਹੋ ਜਾਂਦੇ ਨੇ। ਇਸ ਤਰ੍ਹਾਂ ਹੀ ਕਰਦੇ ਕਦੇ ਦੂਸਰੀ ਲੱਤ ਜਿਹੜੀ ਨਾ ਹੁਣ 1.5 ਸਾਲ ਤੋਂ ਨਾ ਉਹ ਨਾ ਤਕਰੀਬਨ 4-5 ਦੇ ਉੱਤੇ ਵੇ
ਤੇ ਸਾਨੂੰ ਉਹਨਾਂ ਫੈਕਟਰ ਵਗੈਰਾ ਮੁਸਲਸਲ ਦੇ ਰਹੇ ਨੇ। ਹੁਣ ਆ ਕੇ ਨਾ ਇਹਦੇ ਨਾਲ ਗੁਰਦਿਆਂ ਦਾ ਮਸਲਾ ਬਣ ਗਿਆ ਕਿ ਨਾ ਤੇ ਗੁਰਦਿਆਂ ਦੇ ਟੈਸਟ ਜਿਹੜੇ ਨੇ ਨਾ ਉਹ ਨਹੀਂ ਠੀਕ ਆਏ, ਗੁਰਦੇ ਜ਼ਿਆਦਾ ਜਿਹੜੇ ਨੇ ਖਰਾਬ ਹੋ ਗਏ ਨੇ ਇਹਦੇ। ਅਸੀਂ ਉਹਨਾਂ ਨਾਲ ਜਿਹੜੇ ਨਾ ਕਰਵਾ ਰਹੇ ਆ। ਔਰ ਸਾਨੂੰ ਅਗਰ ਫੈਕਟਰ ਦੀ ਜ਼ਰੂਰਤ ਪੈਂਦੀ ਹੈ ਤੇ ਸਾਨੂੰ ਦੀਆਂ ਵਾਲੇ ਜਿਹੜੇ ਨੇ ਨਾ ਸਾਨੂੰ ਫੈਕਟਰ ਸਪੋਰਟ ਕਰ ਰਹੇ ਨੇ। ਇਸ ਤੋਂ ਇਲਾਵਾ ਮੈਂ ਤੁਹਾਨੂੰ ਆਪਣੀ ਜ਼ਾਤੀ ਗੱਲ ਦੱਸ ਰਹੀ ਹਾਂ ਕਿ ਮੈਨੂੰ ਕਿਰਾਇਆ ਵੀ ਮੈਂ ਉਹਨਾਂ ਕੋਲ ਮੈਂ ਲੈ ਕੇ ਆਂਦੀ ਰਹੀ, ਕਿਉਂਕਿ ਮੇਰੇ ਕੋਲ ਮੈਂ ਗਰੀਬ ਆ, ਮੇਰਾ ਕਮਾਉਣ ਵਾਲਾ ਕੋਈ ਨਹੀਂ। 3 ਬੱਚੇ ਹਨ। ਪਹਿਲਾਂ ਵੱਡੇ ਮੇਰੇ ਦੀ ਨਾ 17 ਸਾਲ ਦਾ ਸੀ, ਬੀਕਾਮ ਦਾ ਸਟੂਡੈਂਟ ਸੀ, ਉਹਦੀ ਡੈਥ ਹੋ ਗਈ। ਐਸੇ ਬਿਮਾਰੀ ਦੇ ਨਾਲ ਹੀ ਉਹਦੀ ਡੈਥ ਹੋ ਗਈ। ਦੂਸਰਾ ਜਿਹੜਾ ਸੀ ਨਾ ਉਹ ਜ਼ਿਆਦਾ ਸੀਰੀਅਸ ਸੀ ਤੇ ਮੈਂ ਸਪੋਰਟ ਨਹੀਂ ਸੀ, ਮੈਨੂੰ ਕੋਈ ਵੀ ਮੇਰਾ ਭੈਣ ਭਰਾ ਯਾਨੀ ਕੋਈ ਨਹੀਂ, ਨਾ ਮਾਂ ਨਾ ਬਾਪ ਕੋਈ ਨਹੀਂ ਮੇਰਾ, ਸਭ ਦੀ ਡੈਥ ਹੋ ਗਈ ਦੀ। ਤੇ ਮੈਨੂੰ ਨਾ ਬੜਾ ਮਸਲਾ ਬਣ ਜਾਂਦੀ। ਫਿਰ ਮੈਨੂੰ ਜਦੋਂ ਕਦੇ ਜ਼ਰੂਰਤ ਪੈਂਦੀ ਸੀ ਨਾ, ਮੇਰੇ ਕੋਲ ਕਿਰਾਇਆ ਨਹੀਂ ਸੀ ਹੁੰਦਾ ਤੇ ਮੈਂ ਉਹਨਾਂ ਨੂੰ ਕਹਿਣਾ ਦੀਆ ਵਾਲਿਆਂ ਨੂੰ ਕਿ ਮੇਰੇ ਕੋਲ ਕਿਰਾਇਆ ਨਹੀਂ ਹੈ, ਤੇ ਉਹਨਾਂ ਨੇ ਨਾ ਸਾਨੂੰ ਕਿਰਾਇਆ ਵੀ ਸਾਨੂੰ ਦੇਣਾ। ਅਸੀਂ ਉਹਨਾਂ ਦੇ ਬੜੇ ਅਹਿਸਾਨ ਮੰਨਦਾ ਕਿ ਉਹ ਸਾਨੂੰ ਹਰ ਲਿਹਾਜ਼ ਨਾਲ ਸਪੋਰਟ ਕਰਦੇ ਨੇ। ਰਾਸ਼ਨ ਵੀ ਸਾਨੂੰ ਉਹ ਦੇ ਰਹੇ ਨੇ। ਅਸੀਂ ਉਹਨਾਂ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਤੇ ਅਸੀਂ ਤੁਹਾਡੇ ਸਭ ਨਾਲ ਅਪੀਲ ਕਰਨੇ ਆ ਕਿ ਸਾਡੇ ਬੱਚਿਆਂ ਦੀ ਮਦਦ ਕਰੋ। ਤੁਹਾਡੀ ਸਪੋਰਟ ਨਾਲ ਹੀ ਬੱਚੇ ਪਲਦੇ ਪਏ। ਅੱਲਾਹ ਦੀ ਜ਼ਾਤ ਨੇ ਨਾ ਤੁਹਾਨੂੰ ਬਹੁਤ ਜ਼ਿਆਦਾ ਬੇਸ਼ੁਮਾਰ ਹਿਸਾਬ ਤੇ ਸਾਡੇ ਬੱਚਿਆਂ ਦੀ ਮਦਦ ਕਰੋ ਤਾਂ ਕਿ ਇਹਨਾਂ ਨੂੰ ਫੈਕਟਰ ਜਿਹੜੇ ਨੇ ਨਾ ਉਹ ਮਿਲਦੇ ਰਹਿਣ। ਫੈਕਟਰ ਹੀ ਇਹਨਾਂ ਦੀ ਜ਼ਿੰਦਗੀ ਹੈ। ਇਹਨਾਂ ਨੂੰ ਬਚਾਉਣ ਵਾਸਤੇ ਫੈਕਟਰਾਂ ਦੀ ਹੀ ਜ਼ਰੂਰਤ ਪੈਂਦੀ ਹੈ ਤੇ ਫੈਕਟਰ ਬਹੁਤ ਕੀਮਤੀ ਨੇ ਜਿਹੜੇ ਅਸੀਂ ਨਹੀਂ ਖਰੀਦ ਸਕਦੇ। ਤੇ ਸਾਨੂੰ ਨਾ ਇਹ ਸੁਸਾਇਟੀ ਜਿਹੜੀ ਸਾਡੀ ਹੈ ਨਾ ਉਹ ਸਾਨੂੰ ਪ੍ਰੋਵਾਈਡ ਕਰਦੀ ਹੈ। ਅਸੀਂ ਬਹੁਤ ਪਰੇਸ਼ਾਨ ਹੋ ਜਾਂਦੇ ਹਾਂ, ਲੇਕਿਨ ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ ਕਿ ਸਾਡੀ ਹਰ ਲਿਹਾਜ਼ ਨਾਲ ਉਹਨਾਂ ਨੂੰ ਸਾਨੂੰ ਉਹਨਾਂ ਦੀ ਨਾ ਸਪੋਰਟ ਹੈ। ਬਚਪਨ ਤੋਂ ਲੈ ਕੇ ਅੱਜ ਤੱਕ ਤਕਰੀਬਨ 20-25 ਸਾਲ ਦਾ ਹੋ ਚੱਲਿਆ, ਸਾਨੂੰ ਬੜੇ ਮਸਲੇ ਤੇ ਮਸਾਇਲ ਨੇ, ਲੇਕਿਨ ਸ਼ੁਕਰ ਹੈ ਉਸ ਮਾਲਕ ਦਾ ਕਿ ਤੁਹਾਡੇ ਸਭ ਦੀ ਸਪੋਰਟ ਦੇ ਨਾਲ ਹੀ ਜਿਹੜੇ ਨੇ ਨਾ ਸਾਡੇ ਬੱਚੇ ਜ਼ਿੰਦਾ ਨੇ। ਤੇ ਸਾਡੇ ਬੱਚਿਆਂ ਵਾਸਤੇ ਨਾ ਤੁਸੀਂ ਮਦਦ ਕਰੋ। ਅੱਲਾਹ ਤਾਲਾ ਦੀ ਜ਼ਾਤ ਤੁਹਾਨੂੰ ਬੇਹਿਸਾਬ ਬੇਸ਼ੁਮਾਰ ਦੇ। ਸਾਡੀਆਂ ਮਾਂ-ਬਾਪ ਦੀਆਂ ਤੁਹਾਡੇ ਵਾਸਤੇ ਨਾ ਦੁਆਵਾਂ ਨੇ ਔਰ ਸਾਡੀਆਂ ਦੁਆਵਾਂ ਆਪਣੀ ਸੁਸਾਇਟੀ ਵਾਸਤੇ ਵੀ ਨੇ ਕਿ ਅੱਲਾਹ ਸਾਡੀ ਸੁਸਾਇਟੀ ਇਸ ਤਰ੍ਹਾਂ ਹੀ ਕਾਇਮ ਦਾਇਮ ਰਵੇ ਔਰ ਇਹਨਾਂ ਸਾਡੇ ਬੱਚਿਆਂ ਦੀ ਨਾ ਸਪੋਰਟ ਹੁੰਦੀ ਰਹੇ। ਅਸੀਂ ਤੁਹਾਡੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਅੱਛਾ ਆਂਟੀ, ਮੈਨੂੰ ਤੁਸੀਂ ਜ਼ਿੰਦਗੀ ਦੇ 25 ਸਾਲ ਸ਼ਰੋਜ਼ ਨੇ ਗੁਜ਼ਾਰੇ ਨੇ। ਮਜ਼ੀਦ ਅੱਲਾਹ ਤਾਲਾ ਇਹਨੂੰ ਸਿਹਤ ਤੰਦਰੁਸਤੀ ਅਤਾ ਕਰੇ, ਤੁਹਾਡਾ ਸਹਾਰਾ ਬਣਿਆ। ਤੁਸੀਂ ਮੈਨੂੰ ਦੱਸੋ ਇਹ 25 ਸਾਲਾਂ 'ਚ ਕੋਈ ਐਸਾ ਮੂਮੈਂਟ ਜਿੱਦਣ ਤੁਸੀਂ ਬੜੇ ਹੀ ਪਰੇਸ਼ਾਨ ਹੋਏ ਹੋ? ਇਹਦੀ ਪਹਿਲੇ ਜਦੋਂ ਬਣਿਆ ਨਾ ਇਹਦੀਆਂ ਸਰਜਰੀਆਂ ਦਾ ਮਸਲਾ ਤੇ ਉੱਥੇ ਨਾ ਬਹੁਤ ਸੀਰੀਅਸ ਸੀ। ਲਾਹੌਰ ਮੈਂ ਤੇ ਚਿਲਡਰਨ ਹਸਪੀਟਲ ਖੜਾ ਦਾ ਸੀ, ਉੱਥੇ ਬਹੁਤ ਸੀਰੀਅਸ ਸੀ। ਇੱਥੋਂ ਤੱਕ ਮੈਂ ਇਕੱਲੀ ਸਾਂ ਤੇ ਤਨਹਾ ਸਾਂ, ਮੇਰੇ ਨਾਲ ਕੋਈ ਨਹੀਂ ਸੀ ਤੇ ਮੈਂ ਆਪਣੇ ਬੱਚੇ ਨੂੰ ਲੈ ਕੇ ਨਾ ਦੂਸਰੇ ਸ਼ਹਿਰ ਵਿੱਚ ਸਾਂ ਤੇ ਬਹੁਤ ਜ਼ਿਆਦਾ ਪਰੇਸ਼ਾਨ ਸਾਂ। ਉਸ ਤੋਂ ਬਾਅਦ ਮੈਂ ਪਰੇਸ਼ਾਨ ਉਦੋਂ ਜ਼ਿਆਦਾ ਹੋਈ ਕਿ ਮੇਰੇ ਕੋਲ ਪੈਸਾ ਵੀ ਕੋਈ ਨਹੀਂ ਸੀ ਔਰ ਮੇਰੇ ਜਦੋਂ ਬੱਚੇ ਦੀ ਲੱਤ ਦੂਸਰੀ ਖਰਾਬ ਹੋਈ ਹੈ ਨਾ ਔਰ ਮੈਂ ਇਹਨੂੰ ਲੈ ਕੇ ਜਦੋਂ ਖੱਜਲ ਹੋਈ ਆ ਨਾ ਡਾਕਟਰਾਂ ਦੇ ਤੇ ਮੇਰਾ ਬਹੁਤ ਜ਼ਿਆਦਾ ਜਿਹੜਾ ਨਾ ਮੇਰੇ ਵਾਸਤੇ ਮਸਲਾ ਬਣ ਗਿਆ ਦਾ ਸੀ। ਮੈਨੂੰ ਇਹ ਉਮੀਦ ਹੀ ਨਹੀਂ ਸੀ ਕਿ ਇਹ ਬਚੇਗਾ। ਜਦੋਂ ਇਹਦੀ ਲੱਤ ਦੂਸਰੀ ਖਰਾਬ ਹੋਈ ਹੈ ਨਾ ਔਰ ਜ਼ਾਇਆ ਤਕਰੀਬਨ ਹਿਸਾਬ ਦੀ ਬਿਲਕੁਲ ਹੀ ਜਿਹੜੀ ਨਾ ਰਹਿ ਗਈ ਹੈ, ਉਦੋਂ ਮੈਂ ਬਿਲਕੁਲ ਨਾ ਉਮੀਦ ਹੋ ਗਈ ਸਾਂ ਕਿਉਂਕਿ ਮੈਨੂੰ ਡਾਕਟਰ ਨੇ ਕਹਿ ਦਿੱਤਾ ਸੀ ਕਿ ਜਾਂ ਤੇ ਇਹਦੀ ਲੱਤ ਕੱਟੀ ਜਾਏਗੀ ਤੇ ਇਹਦੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਅਸੀਂ ਤੁਹਾਨੂੰ ਕੋਈ ਉਮੀਦ ਨਹੀਂ ਦੇਣੀ ਇਸ ਚੀਜ਼ ਦੀ ਕਿ ਬੱਚਾ ਜਿਹੜਾ ਨਾ ਬਚੇਗਾ। ਲੇਕਿਨ ਮੈਂ ਕਿਸੇ ਨੂੰ ਦੱਸਿਆ ਨਹੀਂ ਸੀ ਹੈ, ਮੈਂ ਆਪਣੇ ਆਪ ਵਿੱਚ ਹੀ ਮਰਦੀ ਰਹੀ ਅੰਦਰੋਂ ਅੰਦਰ। मैं हर हाल तक कोशिश की कि मेरा बच्चा किसी तरीके बच जाए, लेकिन उस मालक का इतना शुक्र मैं करती है। पता नहीं होता मेरा रोना में किया, मेरी दुआवा में किया ये मेरे बच्चे वास्ते ना जो रिपोर्ट आई ना तो मेरे बच्चे वास्ते उन्होंने थोड़ी दिन नहीं दी ना कि डॉक्टर साहब बहुत ही अच्छे साडा सब। और मैं आके जो अपनी सोसाइटी नाल गल कीती ना कि डॉक्टर ने यह गल कही है कि ਇਹਦੀ ਨਾ रात का मसला है तो हो सकता है जिंदगी का भी नाल मसला है। तो मैं मेरी सोसाइटी वाले ने फिर उस वक्त मैं बड़ा सपोर्ट किया क्योंकि उस वक्त इन फैक्टरों की बहुत ज्यादा जरूरत सी। उन्हें क्या फैक्टर जो इनू लगने ने ना उस तो बाद असीं तुहानूं दसांगे कि इहदी लत्त दा की मसला, लत्त सानूं कट्टनी पैनी है या नहीं कट्टनी पैनी है, इहदा की मसला है। उदों इहदी जिंदगी दा बहुत मसला बन गया था। असीं ब्लड वगैरह भी सी लगवाए, मैं दौड़ भाजी ला के उदों फिर फैक्टर वगैरह भी नाल लगे। तो फिर अल्लाह दी कुदरत है कि पुत्र तुहाडे सब दीयां दुआवां दे सदके अल्लाह ताला दी ज़ात ने ना इहनूं सेहत दे दित्ता। ते मैं शुक्र करनी है कि जिस तरह भी है मेरे सामने ते है ना, हुण भी ओहदा ना बड़ा सीरियस मसला बन गया था। मैं हुण भी इहदे गुर्दियां कोलों बहुत ज्यादा परेशान
ਤੇ ਮੈਂ ਤੁਹਾਡੇ ਸਭ ਅੱਗੇ ਅਪੀਲ ਕਰਨੀ ਹੈ ਕਿ ਸਾਡੀ ਜਿਹੜੀ ਹੈ ਨਾ ਹੈਲਪ ਕਰੋ। ਮੈਂ ਨਾ ਛੋਟੇ ਸਾਰੇ ਤੁਹਾਡੇ ਸਾਹਮਣੇ ਛੋਟੇ ਸਾਰੇ ਕਮਰੇ 'ਚ ਰਹਿ ਰਹੀ ਹਾਂ ਕਿ ਇਹਦੇ ਵਜ੍ਹਾ ਦਾ ਮਸਲਾ ਇੰਨਾ ਕੁ ਜ਼ਿਆਦਾ ਬਣ ਗਿਆ ਸੀ ਕਿ ਮੈਂ ਕਿਰਾਇਆ ਬਿੱਲ ਮੇਰੇ ਵਾਸਤੇ ਅਫੋਰਡ ਕਰਨਾ ਮੁਸ਼ਕਲ ਹੋ ਗਿਆ ਸੀ। ਤੁਹਾਨੂੰ ਪਤਾ ਹੈ 7-8 ਹਜ਼ਾਰ ਰੁਪਇਆ ਮੈਂ ਛੋਟੇ ਸਾਰੇ ਕਮਰੇ ਦਾ ਦੇ ਰਹੀ ਹਾਂ। 15 ਤੋਂ 20 ਹਜ਼ਾਰ ਰੁਪਇਆ ਜਿਹੜਾ ਨਾ ਸਾਨੂੰ ਬਿਜਲੀ ਦਾ ਬਿੱਲ ਜਿਹੜਾ ਨਾ ਗਰਮੀਆਂ ਦੇ ਵਿੱਚ ਹਿੱਸੇ ਆ ਜਾਂਦਾ ਸੀ, ਤੇ ਹੁਣ ਸਰਦੀਆਂ ਵਿੱਚ ਵੀ 7 ਤੋਂ 8 ਹਜ਼ਾਰ ਰੁਪਇਆ ਸਾਡੇ ਹਿੱਸੇ ਦਾ ਆਉਂਦਾ ਬਿੱਲ ਦਾ। ਤੇ ਮੇਰੇ ਵਾਸਤੇ ਬਹੁਤ ਜ਼ਿਆਦਾ ਮੁਸ਼ਕਲਾਂ ਨੇ, ਬਹੁਤ ਜ਼ਿਆਦਾ ਮੁਸ਼ਕਲਾਂ ਨੇ। ਡਾਕਟਰ ਸਾਹਿਬ ਦੀ ਫੀਸ ਹੀ 2000 ਰੁਪਇਆ ਹੈ। 7 ਤੋਂ 8 ਹਜ਼ਾਰ ਦੀ ਦਵਾਈ ਉਹਨਾਂ ਸਿਰਫ 5 ਦਿਨ ਦੀ ਉਹਨਾਂ ਦਿੱਤੀ ਹੈ। ਬਾਕੀ ਹਲਾਮੇ ਦੀ ਦਵਾਈ ਨਾਲ ਕੰਟੀਨਿਊ ਰੱਖਣੀ ਹੈ। ਲੇਕਿਨ ਮੇਰੇ ਵਾਸਤੇ ਇੰਨਾ ਕੁ ਜ਼ਿਆਦਾ ਮੁਸ਼ਕਲ ਹੋ ਗਿਆ ਨਾ ਮਸਲਾ, ਬਹੁਤ ਹੀ ਜ਼ਿਆਦਾ ਮੇਰੇ ਵਾਸਤੇ ਸਪੋਰਟ ਦਾ ਮਸਲਾ ਬਣ ਗਿਆ। ਠੰਡੀ ਇਹ ਚ ਦੱਸੋ ਤੁਸੀਂ ਕਿ ਜਿਹੜੀ ਡਾਕਟਰ ਸਾਹਿਬ ਦੀ ਫੀਸ ਹੈ ਉਹ ਦਿਆ ਚ ਨਹੀਂ ਨਾ ਕੋਈ ਲੈਂਦਾ ਤੁਹਾਡੇ ਕੋਲ? ਨਹੀਂ, ਬਾਹਰ ਕਿਸੇ ਡਾਕਟਰ ਨੂੰ ਚੈੱਕ ਕਰਾ ਰਹੇ ਹੋ? ਕਿਹੜੇ ਡਾਕਟਰ ਨੂੰ ਚੈੱਕ ਕਰਾ ਰਹੇ ਹੋ? ਕੀ ਮਸਲਾ ਹੈ? ਇਹਨੂੰ ਨਾ ਗੁਰਦਿਆਂ ਦਾ ਮਸਲਾ, ਇਹਨੂੰ ਨਾ ਯੂਰਨ ਵਿੱਚ ਨਾ ਬਲੱਡ ਆਣ ਲੱਗ ਪਿਆ ਤੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ। ਮੈਂ ਕਿਹਾ ਪਤਾ ਨਹੀਂ ਹੁਣ ਇਹਦਾ ਕੀ ਬਣਨਾ। ਫਿਰ ਨਾ ਮੈਂ ਉਹ ਡਾਕਟਰ ਅਲ ਸ਼ਫਾ ਵਾਲੇ ਦੇ ਵਿੱਚ ਬਹਿੰਦੇ ਨੇ ਡਾਕਟਰ ਉਜ਼ੈਰ, ਕਿਡਨੀ ਦੇ ਤੇ ਮਸਾਨੇ ਤੇ, ਕਿਉਂਕਿ ਮੈਂ ਤੇ ਇਹਨੂੰ ਲੈ ਜਾ ਨਹੀਂ ਸਕਦੀ। ਅਗ ਮੈਂ ਚੁੱਕ ਕੇ ਇਹਨੂੰ ਨਹੀਂ, ਕਿਰਾਏ ਇੰਨੇ ਜ਼ਿਆਦਾ ਨੇ ਕਿ ਮੈਂ ਸਪੋਰਟ ਨਹੀਂ ਕਰ ਸਕਦੀ ਕਿਰਾਏ। ਅਗਰ ਇਸ ਮੈਂ ਇਹਨੂੰ ਕਾਰ ਤੇ ਖੜਾ 3-4 5-5 ਹਜ਼ਾਰ ਰੁਪਇਆ ਅਗਲੇ ਕਿਰਾਇਆ ਮੰਗਦੇ ਨੇ, ਮੈਂ ਉੱਥੇ ਲੈ ਕੇ ਨਹੀਂ ਜਾ ਸਕਦੀ। ਤੇ ਮੈਂ ਨਾ ਇਸ ਤਰ੍ਹਾਂ ਹੀ ਇਹਨੂੰ ਜਿਹੜੇ ਨਾ ਫੋਨ ਤੇ ਹੀ ਚੈੱਕ ਜਿਹੜੀ ਇਹਨਾਂ ਨੂੰ ਕਰਵਾਇਆ। ਉਹਨਾਂ ਨੇ ਦੋਨਾਂ ਦੀ ਦਵਾਈ ਜਿਹੜੀ ਹੈ ਨਾ ਹੈ ਤਾਂ ਅੱਛੀ ਹੈ, ਲੇਕਿਨ ਬਹੁਤ ਕੀਮਤੀ ਦਵਾਈ ਹੈ ਜਿਹੜੀ ਕਿ ਮੇਰੇ ਕੋਲ ਸਪੋਰਟ ਕਰਨਾ ਬਹੁਤ ਮੁਸ਼ਕਲ ਹੋ ਗਿਆ ਦਾ। ਇੰਨਾ ਕੁ ਮੁਸ਼ਕਲ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ। ਟੈਸਟ ਉਹਨਾਂ ਦੇ ਐਡੇ ਮਹਿੰਗੇ ਨੇ, ਇੰਨੇ ਮਹਿੰਗੇ ਟੈਸਟ ਨੇ ਕਿ ਮੇਰੇ ਕੋਲ ਹਰ ਚੀਜ਼ ਦਾ ਬਹੁਤ ਜ਼ਿਆਦਾ ਮੇਰੇ ਵਾਸਤੇ ਮੁਸ਼ਕਲ, ਕਿਉਂਕਿ ਮੇਰਾ ਕਮਾਉਣ ਵਾਲਾ ਕੋਈ ਨਹੀਂ। ਮੈਂ ਇਕੱਲੀ ਔਰਤ ਹਾਂ, ਮੇਰੇ ਸਿਰ ਤੇ ਜ਼ਿੰਮੇਵਾਰੀ ਆਪੀ। ਫਿਰ ਮੈਂ ਮਜ਼ਦੂਰ ਹਾਂ, ਫਾਲਜ ਦੀ ਮੈਂ ਮਰੀਜ਼ ਹਾਂ, ਮਜ਼ਦੂਰ ਹਾਂ ਮੈਂ ਆਪੀ। ਮੇਰੀ ਇੱਕ ਬਾਤ ਕੰਮ ਨਹੀਂ ਕਰਦਾ, ਮੇਰੇ ਵਾਸਤੇ ਬਹੁਤ ਜ਼ਿਆਦਾ ਮੁਸ਼ਕਲ ਜਿਹੜੀ ਹੈ ਨਾ। ਤੇ ਮੈਂ ਇਹੀ ਤੁਹਾਡੇ ਭੈਣਾਂ ਭਰਾਵਾਂਗੇ ਅਪੀਲ ਕਰਾਂਗੇ ਕਿ ਅੱਲਾ ਨੇ ਤੁਹਾਨੂੰ ਨਵਾਜ਼ਿਆ ਹੈ ਤੇ ਤੁਸੀਂ ਨਾ ਸਾਡੀ ਜਿਹੜੀ ਹੈ ਨਾ ਹੈਲਪ ਕਰੋ ਕਿ ਅਸੀਂ ਕਿਸੇ ਵੀ ਤਰੀਕੇ ਜਿਹੜਾ ਨਾ ਮੇਰਾ ਬੱਚਾ ਜਿਹੜਾ ਨਾ, ਮੈਂ ਬੱਚੇ ਦਾ ਇਲਾਜ ਕਰਾ ਸਕਾਂ ਤੇ ਮੇਰਾ ਬੱਚਾ ਠੀਕ ਹੋ जाए। जी, मेरा नाम शहरोज है, मैं मुखलिया का पेशेंट हूँ। DAL ऑर्गेनाइजेशन से मेरा ट्रीटमेंट चल रहा है। अभी आजकल मुझे मसला है, मैं चल फिर नहीं सकता। DAL ऑर्गेनाइजेशन से मुझे टीम में आके घर मेरा ट्रीटमेंट करती है। मुझे इंजेक्शन वगैरह लग रहे हैं, रेगुलर मुझे इंजेक्शन की ज़रूरत थी। किडनी का भी थोड़ा इशू हुआ है मेरा, उस वजह से मुझे इंजेक्शन जो है वो रेगुलर लग रहे हैं। और DAL ऑर्गेनाइजेशन से पूरा कॉपरेट करते हैं, वो उनकी टीम आती है घर आके मुझे इंजेक्शन डेली सुबह शाम इंजेक्शन लग रहे हैं जो आके वो लगा रहे हैं। वही मुझे ज़्यादा से अपील है कि अपने ज़कात सदक़ात फितराना वगैरह DAL ऑर्गेनाइजेशन में डोनेट करें ताकि हमारा ट्रीटमेंट चल सके। अच्छा शिरोज, हमें पता है कि इंसान की सबसे पहले तो ख्वाहिश होती है उसकी सेहत, ठीक है। इसके अलावा कोई ऐसी ख्वाहिश जो तुम्हारे दिल में हो, हमारे साथ शेयर करो। हम पूरी कोशिश करेंगे कि इस ख्वाहिश को पूरी करें आपकी। कोई एक ख्वाहिश ना, इंसान की ख्वाहिशें तो बड़ी होती है ना, कोई एक ख्वाहिश जो है, ताकि हम आपकी आवाज़ मुखय्यद हजरात तक पहुँचाएँ। हो सकता है आपकी मुंह से आप निकाल लें और पूरी हो जाए। मेरी यही है कि मेरी अम्मी को मैं अल्लाह का घर दिखाऊं। चलें मेरी चलें। अच्छा, अब आंटी से पूछते हैं। आंटी, शिरोज ने तो अपनी ख्वाहिश बता दी है। हाँ। आंटी, कोई एक ख्वाहिश जो आप चाहती हैं कि आपकी पूरी हो। सबसे पहले माँ की ख्वाहिश तो यही होती है कि उसका बच्चा जो है वो सेहत तंदुरुस्ती वाला हो। बिल्कुल। इसके अलावा कोई ऐसी ख्वाहिश जो आपके दिल में हो? हाँ, जिंदगी में एक ही ख्वाहिश है कि अल्लाह अपना घर दिखा दे बस। इंशाल्लाह आंटी, मुझे उम्मीद है कि अगर आप दिल से ख्वाहिश करती हैं इंशाअल्लाह। और सोचती हैं तो वो ज़ात ऐसे ऐसे असबाब पैदा करेगा कि पता भी नहीं चलना आपको और आपने अल्लाह के घर चले जाना। इंशाअल्लाह। कहते हैं ना, जाता वहाँ वही है जिसको वो ज़ात बुलाती है, नहीं तो अरबों करोड़ों वाले भी जो है वो इधर रह जाते हैं। तो इंशाल्लाह हम लोग पूरी कोशिश करेंगे। अपने ऑर्गेनाइजेशन की तरफ से, अपने डोनर से भी गुजारिश करते हैं
कि हम अपनी इस माँ को ज़रूर अल्लाह का घर जो है इंशाल्लाह दिखाने की कोशिश करेंगे। आपने भी दुआ करनी है। और हम मेरी लोग तो सब यही दुआ थी कि अल्लाह आपको बेहिसाब और बेशुमार दे, अल्लाह किसी चीज की कमी ना दे, अल्लाह अपनी रहमत और खजाने से जो है ना अल्लाह आप ताला को सेहत तंदुरुस्ती अता करे और बेहिसाब बेशुमार दे। और अब मेरी यही ख्वाहिश है कि आपको पता है हम लोग मुसलमान हैं, हम अल्लाह और अल्लाह के रसूल की जो है ना वो हिदायत करते हैं, और हम मुसलमानों की एक ही ख्वाहिश होती है कि हमें अल्लाह का घर जो है ना वो देखना है। लेकिन जब मैं अपने हालातों की तरफ देखती हूँ तो मैं बड़ी परेशान हो जाती हूँ कि मैं कैसे जाऊंगी उधर। वो कहते हैं ना कि मेरे पास तो कुछ भी नहीं है, दिल में हर वक्त 24 घंटे यही ख्वाहिश होती है कि मैं एक दफा सोने के रोजे पे जाऊँ, अल्लाह के घर पे जाऊँ और जाके जो है ना वो दुआ मांगू उधर। वो सुनेगा, इधर भी सुनता है और उधर भी सुनता है। आपने वाकया सुना होना है ये जो पिछली दफ़ा लास्ट ईयर हज पे, पता है कि 2 दफ़ा हाजियों का जो त्यारा वापस पलटा था। एक बंदा ऊपर नहीं जा सका था, किसी ना किसी लिहाज से उसको नहीं लेके जा रहे थे, पर जब वो बंदा जहाज में चढ़ा था तो फिर ही जहाज उड़ा था। अल्लाह का वो बंदा था नेक। 2 दफ़ा पायलट ने जहाज उड़ाया और जहाज वापस आ गया, कोई ना कोई टेक्निकल इशू होने की वजह से। और जब वो चेक करते थे तो वो बिल्कुल ठीक था जहाज। मेरी भी बड़ी आशा है कि एक दफा सोने के दर पे जाऊं और इंशाल्लाह आंटी आपकी दिल से ख्वाहिश है ना, वो ज़ात ज़रूर बुलाएगी आपको, और हम लोग अपनी तरफ से कोशिश भी करेंगे। तो अल्लाह पूरी कोशिश करेंगे कि आपकी ये ख्वाहिश पूरी हो। तो आपने परेशान नहीं होना है। अल्लाह ताला अपने बंदे पे उतनी ही तकलीफ डालता जितनी वो सह सके। तो इंशाल्लाह हमारी दुआ है कि शिरोज जो है एक दिन अपने पाँव पे खड़ा हो और अपने लिए और आपके लिए सहारा बने, और इंशाल्लाह ऐसे होगा। मैं कहती हूँ कि इंसानों पे उम्मीद ना रखें, उस ज़ात पे रखें। बिल्कुल वो कैसे किस तरह आपको अता करता है ना, आपको समझ ही नहीं आती। सही बात है। आपने कभी देखा होगा कि इंसान बड़ा परेशान हो, बड़ा जाए नमाज डाल के कुछ भी ना करें, हम बैठ के ना उधर तो अल्लाह से बातें करें ना, तो इंसान का दिल बड़ा ज़्यादा पुरसकून हो जाता है। सुकून, सही बात है, कोई शक नहीं इसमें। तो अगर हम किसी से भी करते हैं ना बातें, तो वो बातें बातें ही रह जाती हैं बस। बिल्कुल सही, ठीक है ना। तो वो ज़ात जो है ना वो हमारे दिलों के हाल जानता है। बिल्कुल इंशाअल्लाह। बस आप अपने लिए हमारे लिए दुआ किया करें। हाँ, बिल्कुल। हम लोग कुछ भी नहीं है, ठीक है। तो बस अल्लाह ताला ने ज़रिया बनाया है। हम भी कोशिश करते हैं कि आप जैसी माओ और इन जैसे हीमोफिलिया पेशेंट का साथ दें। हमेशा हमने कोशिश किया कि एक फैमिली की तरह आपके साथ चलें, तो इंशाल्लाह आगे भी चलेंगे। अल्लाह ताला आपके लिए भी आसानियाँ करे और हमारे लिए भी करे। और मेरी तमाम खैर हजरात से अपील है कि अल्लाह ताला ने आपको इतना दिया हुआ है, अगर आप एक माँ को जो है खुशी देना चाहें तो आप दे सकते हैं। आपके लिए कुछ मुश्किल नहीं है, आप ये हीमोफिलिया पेशेंट को सपोर्ट कर सकते हैं, एक छोटा सा घर बना के दे सकते हैं जो इनका अपना हो, जहाँ इनको किराए की फ़िक्र ना हो और जहाँ वो आराम से अपनी ज़िंदगी गुजार सकें। और आप जो अभी करंट इश्यूज चल रहे हैं शिरोज़ के साथ, आप इसको सपोर्ट कर सकते हैं। फैक्टर के हवाले से तो हम जितना कर सकते हैं कर रहे हैं, पर जो दूसरी मेडिकेशन उसकी चल रही है उसमें भी आप तमाम खैर हजरात सपोर्ट कर सकते हैं। आप यहाँ आना चाहें तो आके खुद शिरोज़ से मिल रहे हैं, उनकी मदर से मिल रहे हैं, तो इंशाल्लाह आप लोग ये नहीं कह सकते कि कोई चीज़ फेक है। आप जब खुद विज़िट करेंगे कि आपको पता चल जाएगा कि वाकई ही इस मरीज़ को, इस माँ को किस तरह आपकी ज़रूरत है। ये माँ सिर्फ शिरोज़ की नहीं, हम सब की माँ है। और इंशाल्लाह आंटी हम पूरी कोशिश करेंगे शिरोज़ की सेहत के हवाले से भी, और जो आपकी ख्वाहिश है और जो शिरोज़ की ख्वाहिश है कि हम आपको अल्लाह का घर ज़रूर दिखाएं। दिखाना उसी ने है, हम कोशिश कर सकते हैं। बिल्कुल, वो मालिक परवरदिगार है, करम करे तो कुछ थोड़ा नहीं। बिल्कुल, बस दुआओं में याद रखें। इंशाअल्लाह।